ਆਯੁਰਵੈਦਿਕ ਦੇ ਵਿੱਚ ਕੋਈ ਬਿਮਾਰੀ ਐਸੀ ਨਹੀਂ ਹੈਗੀ ਵੀ ਜਿਹਦਾ ਆਪਾਂ ਇਲਾਜ ਨਾ ਕਰ ਸਕੀਏ। ਠੀਕ ਹੈ। ਆਯੁਰਵੈਦਿਕ ਇੱਕ ਐਸੀ ਕੁਦਰਤ ਦੀ ਬੇਸ਼ੁਮਾਰ ਔਸ਼ਧੀ ਹੈ ਜਿਹਦੇ ਵਿੱਚ ਕੋਈ ਬਿਮਾਰੀ ਐਸੀ ਨਹੀਂ ਹੋ ਸਕਦੀ ਵੀ ਜਿਹਦਾ ਆਪਾਂ ਇਲਾਜ ਨਾ ਕਰ ਸਕੇ। ਆਯੁਰਵੈਦਿਕ 'ਚ ਹਰ ਬਿਮਾਰੀ ਦਾ ਇਲਾਜ ਸੰਭਵ ਹੈ ਜੇ ਮਰੀਜ਼ ਡਾਈਟ ਚਾਰਟ ਤੇ ਚੱਲਦਾ ਹੋਵੇ, ਪਰਹੇਜ਼ ਕਰਦਾ ਹੋਵੇ ਤਾਂ ਹਰ ਬਿਮਾਰੀ ਤੋਂ ਮੁਕਤੀ ਪਾ ਸਕਦਾ ਹੈ। ਕੀ ਗੱਲ ਹੋ ਗਈ ਖਾਸ ਏਡੀ ਦੂਰ ਆਏ? ਮੇਰੀ ਮਿਸੇਜ ਨੂੰ ਗਠੀਆ ਸੀ। ਅੱਛਾ। ਤੇ ਉਹ ਗਠੀਏ ਦੀ ਦਵਾਈ ਮੈਂ ਲੈਣ ਵਾਸਤੇ ਆਇਆ ਸੀ ਕਿਉਂਕਿ ਮੈਂ ਇਹਨਾਂ ਨੂੰ ਫੇਸਬੁੱਕ ਤੇ ਦੇਖਿਆ ਸੀ। ਅੱਛਾ। ਪਰ ਫੇਸਬੁੱਕ ਤੇ ਜਦੋਂ ਮੈਂ ਆ ਕੇ ਦੇਖਿਆ ਤਾਂ ਫੇਸਬੁੱਕ ਤੇ ਜਿੰਨਾ ਕੁਝ ਮੈਂ ਦੇਖਿਆ ਸੀ ਉਸ ਤੋਂ ਵੀ ਜ਼ਿਆਦਾ ਵਧੀਆ ਸੀ। ਅੱਛਾ। ਕਿਉਂਕਿ ਸਾਨੂੰ ਇਹਨਾਂ ਨੇ 21 ਦਿਨ ਦੀ ਦਵਾਈ ਦਿੱਤੀ ਸੀ। 21 ਦਿਨ ਦੀ? ਬਟ ਇੱਕ ਹਫ਼ਤਾ ਅਸੀਂ ਵਰਤੀ। ਇਨ ਮੀਨ ਟਾਈਮ ਇਨਫੈਕਸ਼ਨ ਹੋ ਗਈ ਮਿਸੇਜ ਨੂੰ, ਉਹਦਾ ਇਲਾਜ ਕਰਾਉਣਾ ਪਿਆ, ਫਿਰ ਦੰਦਾਂ ਦਾ ਇਲਾਜ ਕਰਾਉਣਾ ਪਿਆ। ਇਸ ਕਰਕੇ ਸਾਨੂੰ ਦਵਾਈ ਇਹਨਾਂ ਨਾਲ ਹੀ ਰੋਕ ਕੇ ਉਹਨਾਂ ਦਾ ਬਿਮਾਰੀਆਂ ਦਾ ਇਲਾਜ ਕਰਾਉਣਾ ਪਿਆ। ਉਹ ਹੁਣ ਠੀਕ ਨੇ, ਹੁਣ ਅਸੀਂ ਦੁਬਾਰਾ ਫਿਰ ਸ਼ੁਰੂ ਕਰਾਂਗੇ। ਪਰ ਜਿਹੜੀ ਇੱਕ ਹਫ਼ਤੇ ਦੀ ਦਵਾਈ ਖਾਧੀ ਸੀ ਉਹ ਤੋਂ ਬਹੁਤ ਜ਼ਿਆਦਾ ਰਿਲੀਫ ਮਿਲੀ। ਜਿਵੇਂ ਮੈਂ ਕਿ ਤੁਹਾਨੂੰ ਵੀਡੀਓ ਵੀ ਵਿਖਾਈ ਆ ਕਿ ਉਹ ਰਸੋਈ ਵਿੱਚ ਕਿਵੇਂ ਕੰਮ ਕਰ ਰਹੇ ਸੀ। ਦਰਸ਼ਕੋ ਆਹ ਵੇਖੋ, ਆ ਜਿਹੜੇ ਮਿਸਿਸ ਨੇ ਆਂਟੀ ਜੀ ਜਿਹੜੇ ਨੇ ਉਹ ਹੁਣ ਪ੍ਰੋਪਰਲੀ ਕੰਮ ਕਰ ਰਹੇ ਨੇ। ਪਹਿਲਾਂ ਕੰਮ ਇਦਾਂ ਕੀਤਾ ਨਹੀਂ ਜਾਂਦਾ ਸੀਗਾ? ਨਹੀਂ ਕੀਤਾ ਜਾਂਦਾ ਜੀ। ਅੱਛਾ। ਬਟ ਇੱਕ ਹਫ਼ਤੇ ਦੀ ਦਵਾਈ ਖਾਣ ਦੇ ਬਾਅਦ ਇਦਾਂ ਕੰਮ ਕਰਨ ਲੱਗ ਗਏ। ਯਾਨੀ ਆ ਹਫ਼ਤੇ ਦੇ ਵਿੱਚ ਜਿਹੜਾ ਘਰ ਦਾ ਕੰਮ ਦੁਬਾਰਾ ਕਰਨ ਲੱਗ ਗਏ? ਹਾਂਜੀ। ਤੁਹਾਨੂੰ ਕੀ ਪ੍ਰੋਬਲਮ ਆਈ ਸੀ ਭੈਣੇ? ਸਰ ਮੇਰੀਆਂ ਲੱਤਾਂ 'ਚ ਬਹੁਤ ਦਰਦ ਰਹਿੰਦਾ ਸੀ, ਪੈਰਾਂ 'ਚ ਵੀ ਖੜਿਆ ਨਹੀਂ ਸੀ ਜਾਂਦਾ, ਸਰਵਾਈਕਲ ਬਹੁਤ ਜ਼ਿਆਦਾ ਸੀ ਜਿਹਦੇ ਨਾਲ ਮੇਰਾ ਖੱਬਾ ਪੈਰ ਆ ਉਹ ਸੌਣ ਲੱਗ ਗਿਆ ਸੀ। ਮੈਂ ਅੱਜ ਤੋਂ 10 ਦਿਨ ਪਹਿਲਾਂ ਦਵਾਈ ਲੈ ਕੇ ਗਈ ਸੀ, ਉਹਦੇ ਨਾਲ ਮੈਨੂੰ ਇੰਨੀ ਰਿਕਵਰੀ ਆ ਕਿ ਮੇਰੇ ਪੈਰਾਂ ਦਾ ਦਰਦ ਬਿਲਕੁਲ ਬੰਦ ਆ ਤੇ ਮੇਰਾ ਜਿਹੜਾ ਪੈਰ ਸੌਂਦਾ ਸੀ ਉਹ ਵੀ ਬਿਲਕੁਲ ਠੀਕ ਆ ਹੁਣ। ਉਹ ਬੰਦੇ ਦੀ 72 ਦੀ ਏਜ ਸੀਗੀ। ਉਹ 72 ਦੀ ਏਜ ਦੇ ਵਿੱਚ ਉਹ ਬੰਦਾ ਨੀਚੇ ਐਸਾ ਪੂਰਾ ਪੈਰਾਲਾਈਜ਼ ਹੋ ਗਿਆ ਸੀ ਪੂਰਾ ਹੀ ਸਾਰਾ ਸਰੀਰ? ਉੱਪਰਲਾ ਐਸਾ ਠੀਕ ਸੀ, ਥੱਲੇ ਦਾ ਬੰਦੇ ਨੂੰ ਬਾਕੀ ਚੁੱਕ ਕੇ ਲਿਆਏ, ਮੈਂ ਆਟੋ 'ਚ ਪਾ ਕੇ ਲਿਆਏ। ਅੱਛਾ। ਉਸ ਬੰਦੇ ਬਾਕੀ ਮੇਰਾ ਵਿਸ਼ਵਾਸ ਉਹ ਬੰਦਿਆਂ ਨੂੰ, ਮੈਨੂੰ 40 ਸਾਲ ਪੁਰਾਣੇ ਜਾਣਦੇ ਸੀ, ਉਹਨਾਂ ਵਿਸ਼ਵਾਸ ਜਿੱਥੇ ਮੈਂ ਬੈਠਾ ਮੈਨੂੰ ਫੋਨ ਤੇ ਲੱਭ ਲਿਆ ਕਿਤੇ ਬੈਠਾ। ਠੀਕ ਹੈ। ਉਹ ਬੰਦਿਆਂ ਨੂੰ ਮੈਂ ਦੇਖ ਕੇ ਸਾਰਾ ਪੂਰਾ ਚੈੱਕਅਪ ਕਰਕੇ ਬੀਪੀ ਸਭ ਨੋਰਮਲ ਟੈਸਟ ਕਰਵਾਇਆ ਜੋ ਰੂਟੀਨ ਹੈ। ਦੇਖੋ ਅਸੀਂ ਬਲਾਈਂਡਲੀ ਅਸੀਂ ਅੱਖਾਂ ਦੀ ਮੀਟ ਚੱਲਦੇ, ਉਹ ਬੰਦੇ ਦਾ ਜੋ ਵੀ ਪ੍ਰੋਪਰ ਚਾਹੀਦਾ ਸਾਨੂੰ ਪਤਾ ਵੀ ਕਰਾਉਡ ਕਿੱਥੇ, ਸੀਟੀ ਸਕੈਨਿੰਗ ਕਰਾਇਆ, ਹਮਾਰੇ ਅੱਜ ਕੱਲ੍ਹ ਟੈਸਟ ਤਾਂ ਬਣੇ ਹੋਏ ਆ। ਉਹ ਟੈਸਟ ਜਿਹੜੇ ਉਹ ਡਾਇਗਨੋਸ ਤੋਂ ਬਗੈਰ ਥੋੜ੍ਹੇ ਚੱਲਾਂਗੇ। ਬਾਕੀ ਸਾਡੇ ਕੋਲ ਆਯੁਰਵੈਦਿਕ ਦਵਾਈਆਂ ਐਸੀਆਂ ਹੈਗੀਆਂ, ਤੁਸੀਂ ਮੰਨਦੇ ਨਹੀਂ। ਉਹ ਬੰਦਾ 5ਵੇਂ ਦਿਨ ਉੱਠ ਕੇ ਵਜਨ ਪਾ ਕੇ अपना खड़ा होना शुरू हो गया। डॉक्टर को दिखाए थे पीजीआई में, एक्सरे लिए हैं। उन्होंने कहा कि आपका ग्रीस ख़त्म हो गया है, ठीक है, तो आप कुछ गोलियां खा के 3 महीने के बाद आइए। परंतु मेरा दर्द बहुत ही बढ़ते गया, सूजन बढ़ती गई। ठीक है तो मेरे एक पड़ोसी हैं चरण सिंह कहकर, जी। उन्होंने मुझे यहाँ डायरेक्ट किए हैं। तो मैं पिछले बुधवार आया था, ठीक है, तो 1 हफ्ते की दवाई डॉक्टर साहब ने दी थी ठीक है, और उसमें एक आध दिन स्किप हो गया, ठीक है। लेकिन फिर भी सूजन कम हो गई है। अब मैं बिना लाठी के सहारे चल रहा हूँ। क्या बात है। डॉक्टर साहब कह रहे थे कि सब ठीक हो जाएगा, कोई नी रिप्लेसमेंट की ज़रूरत नहीं पड़ेगी। ਤੇ ਜੇ ਮੰਨ ਲਓ ਹੁਣ ਵਿਦੇਸ਼ ਤੋਂ ਬੈਠੇ ਵੀਰ ਦੇਖ ਰਹੇ ਨੇ, ਉੱਥੇ ਤੱਕ ਦਵਾਈਆਂ ਉੱਪਰ ਦੀ ਕਰ ਸਕਦੇ ਹੋ, ਤੁਸੀਂ ਪਹੁੰਚਦੀ ਕਰ ਸਕਦੇ ਹੋ ਉਹਨਾਂ ਤੱਕ? ਬਿਲਕੁਲ ਯੂਰਪ ਕੰਟਰੀਆਂ 'ਚ ਸਾਰੇ ਦਵਾਈ ਜਾਰੀ ਹੈ, ਠੀਕ ਹੈ। ਪਰ ਅਰਬ ਕੰਟਰੀਆਂ ਦੇ ਵਿੱਚ ਦਵਾਈ ਨਹੀਂ ਜਾਰੀ। ਅੱਛਾ। ਕਿਉਂਕਿ ਕੋਈ ਵੀ ਬੰਦਾ ਅਰਬ ਕੰਟਰੀ ਦੇ ਵਿੱਚ ਜੇ ਦਵਾਈ ਭੇਜਦੇ ਨੇ ਵਾਪਸ ਭੇਜ ਦੇ ਰਹੇ ਨੇ। ਯੂਰਪ ਕੰਟਰੀਆਂ 'ਚ ਸਾਰੀਆਂ 'ਚ ਦਵਾਈ ਜਾਰੀ ਹੈ, ਕੋਈ ਕਿਸੇ 'ਚ ਮਨਾਹੀ ਨਹੀਂ ਹੈਗੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਿਹਾ, ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ ਅੱਜ ਇੱਕ ਐਸੀ ਜਗ੍ਹਾ ਦੇ ਵਿੱਚ ਲੈ ਕੇ ਆਇਆ ਇਹ ਵੀਡੀਓ ਖਾਸ ਕਰਕੇ ਉਹਨਾਂ ਵਾਸਤੇ ਹੈ ਜਿਹੜੇ ਕਿਸੇ ਨਾ ਕਿਸੇ ਬਿਮਾਰੀ ਦੇ ਨਾਲ ਘਿਰੇ ਹੋਏ ਨੇ। ਸਭ ਤੋਂ ਪਹਿਲਾਂ ਮੈਂ ਬਹੁਤ ਡਾਕਟਰਾਂ ਦੇ ਨਾਲ, ਵੈਦਾਂ ਦੇ ਨਾਲ ਇੰਟਰਵਿਊਜ਼ ਕਰ ਚੁੱਕਾ ਹਾਂ। ਹਰ ਇੱਕ ਡਾਕਟਰ ਆਪਣੇ ਆਪ ਦੇ ਵਿੱਚ ਕਹਿੰਦਾ ਹੈ ਕਿ ਸਾਡੀ ਦਵਾਈ ਇੰਨੀ ਕੁ ਕਾਰਗਰ ਹੈ, ਸਾਡੀ ਦਵਾਈ ਇੰਨੀ ਕੁ ਕਾਰਗਰ ਹੈ, ਸਾਡੇ ਮਰੀਜ਼ ਮੂੰਹੋਂ ਬੋਲਦੇ ਨੇ। ਪਰ ਅੱਜ ਸ਼ੁਰੂਆਤ ਜਿਹੜੀ ਵੀਡੀਓ ਦੀ ਕਰਨ ਲੱਗਿਆ ਉਹ ਆ ਜਿੰਨੇ ਵੀ ਇੱਥੇ ਮਰੀਜ਼ ਬੈਠੇ ਨੇ ਨਾ, ਇਹਨਾਂ ਤੋਂ ਹੀ ਕਰਨ ਲੱਗਿਆ ਵੀ ਇੱਥੇ ਕਿਉਂ ਆਏ ਨੇ ਇਹ। ਪਹਿਲੀ ਗੱਲ ਤਾਂ ਖਾਸ ਕਰਕੇ ਅਸਲ ਦੇ ਵਿੱਚ ਫਰਕ ਪੈਂਦਾ ਵੀ ਹੈ ਕਿ ਨਹੀਂ, ਜਾਂ ਬਸ ਮੇਰੇ ਵਰਗੇ ਕੁਝ ਪੱਤਰਕਾਰ ਆ ਕੇ ਵੀਡੀਓ ਬਣਾ ਕੇ ਚਲੇ ਜਾਂਦੇ ਨੇ। ਬਾਪੂ ਜੀ ਮੇਰੇ ਨਾਲ ਹੈ। ਬਾਪੂ ਜੀ ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਚੰਦਨ ਸਿੰਘ ਵੱਟੂ ਹੈ ਜੀ। ਕਿੰਨੀ ਉਮਰ ਹੈ ਤੁਹਾਡੀ? ਮੇਰੀ 70 ਸਾਲ ਉਮਰ ਆ। ਮੈਂ ਮੋਗੇ ਤੋਂ ਬਿਲੋਂਗ ਕਰਦਾ। ਤੁਸੀਂ ਮੋਗੇ ਤੋਂ ਆਏ ਹੋ ਹੁਣ? ਹਾਂਜੀ ਲੁਧਿਆਣੇ? ਹਾਂਜੀ। ਕੀ ਗੱਲ ਹੋ ਗਈ ਖਾਸ ਏਡੀ ਦੂਰ ਆਏ? ਮੇਰੀ ਮਿਸੇਜ ਨੂੰ ਗਠੀਆ ਸੀ। ਅੱਛਾ। ਤੇ ਉਹ ਗਠੀਏ ਦੀ ਦਵਾਈ ਮੈਂ ਲੈਣ ਵਾਸਤੇ ਆਇਆ ਸੀ ਕਿਉਂਕਿ ਮੈਂ ਇਹਨਾਂ ਨੂੰ ਫੇਸਬੁੱਕ ਤੇ ਦੇਖਿਆ ਸੀ। ਅੱਛਾ। ਪਰ ਫੇਸਬੁੱਕ ਤੇ ਜਦੋਂ ਮੈਂ ਆ ਕੇ ਦੇਖਿਆ ਤਾਂ ਫੇਸਬੁੱਕ ਤੇ ਜਿੰਨਾ ਕੁਝ ਮੈਂ ਦੇਖਿਆ ਸੀ ਉਸ ਤੋਂ ਵੀ ਜ਼ਿਆਦਾ ਵਧੀਆ ਸੀ। ਅੱਛਾ। ਕਿਉਂਕਿ ਸਾਨੂੰ ਇਹਨਾਂ ਨੇ 21 ਦਿਨ ਦੀ ਦਵਾਈ ਦਿੱਤੀ ਸੀ।
21 ਦਿਨ ਦੀ ਬਟ ਇੱਕ ਹਫਤਾ ਅਸੀਂ ਵਰਤੀ। ਇਨ ਮੀਨ ਟਾਈਮ ਇਨਫੈਕਸ਼ਨ ਹੋ ਗਈ ਮਿਸਿਜ ਨੂੰ, ਉਹਦਾ ਇਲਾਜ ਕਰਾਉਣਾ ਪਿਆ, ਫਿਰ ਦੰਦਾਂ ਦਾ ਇਲਾਜ ਕਰਾਉਣਾ ਪਿਆ। ਇਸ ਕਰਕੇ ਸਾਨੂੰ ਦਵਾਈ ਇਹਨਾਂ ਨਾਲ ਹੀ ਰੋਕ ਕੇ ਉਹਨਾਂ ਦਾ ਬਿਮਾਰੀਆਂ ਦਾ ਇਲਾਜ ਕਰਾਉਣਾ ਪਿਆ। ਉਹ ਹੁਣ ਠੀਕ ਨੇ, ਹੁਣ ਅਸੀਂ ਦੁਬਾਰਾ ਫਿਰ ਸ਼ੁਰੂ ਕਰਾਂਗੇ। ਪਰ ਜਿਹੜੀ ਇੱਕ ਹਫਤੇ ਦੀ ਦਵਾਈ ਖਾਧੀ ਸੀ ਉਹ ਤੋਂ ਬਹੁਤ ਜ਼ਿਆਦਾ ਰਿਲੀਫ ਮਿਲੀ। ਜਿਵੇਂ ਮੈਂ ਕਿ ਤੁਹਾਨੂੰ ਵੀਡੀਓ ਵੀ ਵਿਖਾਈ ਆ ਕਿ ਉਹ ਰਸੋਈ ਵਿੱਚ ਕਿਵੇਂ ਕੰਮ ਕਰ ਰਹੇ ਸੀ। ਕੀ ਬਾਤ ਹੈ। ਤੇ ਉਸ ਤੋਂ ਉਪਰੰਤ ਜਦੋਂ ਸਾਨੂੰ ਇਸ ਦਾ ਫਾਇਦਾ ਮਿਲਿਆ, ਮੈਂ ਆਪਣੇ ਰਿਸ਼ਤੇਦਾਰ, ਇਹ ਲੜਕੀ ਮੇਰੇ ਸਾਥ ਬੈਠੀ ਆ, ਇਹਨਾਂ ਨੂੰ ਦੱਸਿਆ ਇਹ ਦਵਾਈ ਲੈ ਕੇ ਇਹ ਆਪਣੀ ਜ਼ੁਬਾਨੀ ਦੱਸਣਗੇ ਵੀ ਇਹਨਾਂ ਨੂੰ ਕਿੰਨਾ ਫਾਇਦਾ ਹੋਇਆ। ਤੁਸੀਂ ਉਹ ਵੀਡੀਓ ਖੋਲ ਕੇ ਦਿਖਾਓ ਇੱਕ ਵਾਰ, ਆਂਟੀ ਜੀ ਵਾਲੀ ਉਹ ਵੀਡੀਓ ਜ਼ਰੂਰ ਦਿਖਾਓ। ਮੈਂ ਦਰਸ਼ਕਾਂ ਨੂੰ ਚਾਹੁੰਦਾ ਕਿ ਬਾਪੂ ਜੀ ਜਿਹੜੇ ਨੇ ਇਹ ਮੋਗੇ ਤੋਂ ਆਏ ਨੇ ਲੁਧਿਆਣੇ ਸ਼ਹਿਰ ਦੇ ਵਿੱਚ। ਇੰਨੀ ਦੂਰੋਂ ਆਉਣ ਦਾ ਖਾਸ ਕਾਰਨ ਕੀ ਸੀਗਾ ਕਿ ਇਹਨਾਂ ਦੇ ਮਿਸਿਸ ਨੂੰ ਜਿਹੜੀ ਸੀ ਗਠੀ ਦੀ ਪ੍ਰੋਬਲਮ ਸੀ, ਜਿਵੇਂ ਦੱਸ ਰਹੇ ਸੀਗੇ। ਕੁਝ ਇਨਫੈਕਸ਼ਨ ਹੋ ਗਈ, ਉਸ ਤੋਂ ਬਾਅਦ ਇਨਫੈਕਸ਼ਨ ਦੀ ਦਵਾਈ ਇੰਨੀ ਕਾਰਗਰ ਕੰਮ ਕੀਤੀ ਕਿ ਹਫਤੇ ਦੇ ਵਿੱਚ ਹੀ ਬਾਪੂ ਜੀ ਨੇ ਦਵਾਈ ਦਾ ਫਰਕ ਪਿਆ ਤੇ ਮੋਗੇ ਤੋਂ ਦੁਬਾਰਾ ਸਪੈਸ਼ਲ ਚੱਲ ਕੇ ਆਏ ਨੇ। ਅੱਛਾ ਵੀਡੀਓ ਦਿਖਾ ਦਿਓ ਇੱਧਰ ਨੂੰ ਦਰਸ਼ਕੋ। ਆਹ ਵੇਖੋ, ਆ ਜਿਹੜੇ ਮਿਸਿਸ ਨੇ, ਆਂਟੀ ਜੀ ਜਿਹੜੇ ਨੇ, ਉਹ ਹੁਣ ਪ੍ਰੋਪਰਲੀ ਕੰਮ ਕਰ ਰਹੇ ਨੇ। ਪਹਿਲਾਂ ਕੰਮ ਇਦਾਂ ਕੀਤਾ ਨਹੀਂ ਜਾਂਦਾ ਸੀਗਾ? ਨਹੀਂ ਕੀਤਾ ਜਾਂਦਾ ਸੀ। ਅੱਛਾ, ਬਟ ਇੱਕ ਹਫਤੇ ਦੀ ਦਵਾਈ ਖਾਣ ਦੇ ਬਾਅਦ ਇਦਾਂ ਕੰਮ ਕਰਨ ਲੱਗ ਗਏ। ਯਾਨੀ ਆ ਹਫਤੇ ਦੇ ਵਿੱਚ ਜਿਹੜਾ ਘਰ ਦਾ ਕੰਮ ਦੁਬਾਰਾ ਕਰਨ ਲੱਗ ਗਏ। ਹਾਂਜੀ 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 ਹਾਂਜੀ। ਅੱਛਾ, ਇਸ ਤੋਂ ਪਹਿਲਾਂ ਬਾਪੂ ਜੀ ਤੁਸੀਂ ਹੋਰ ਵੀ ਕਿਤੇ ਗਏ ਹੋਵੋਗੇ, ਦਵਾਈਆਂ MBBS ਡਾਕਟਰਾਂ ਕੋਲੇ ਕਿਸੇ ਤੋਂ ਗਏ ਹੋ? ਬਹੁਤ ਜ਼ਿਆਦਾ ਇਲਾਜ ਕਰਾਇਆ, ਲਗਭਗ 10 ਸਾਲ ਤੋਂ ਇਲਾਜ ਕਰਾ ਰਹੇ ਆ ਤੇ ਮਤਲਬ ਕਿਤੋਂ ਵੀ ਇੰਨਾ ਆਰਾਮ ਨਹੀਂ ਆਇਆ ਸੀ। ਕਿਤੋਂ ਵੀ ਨਹੀਂ ਫਰਕ? ਹਾਂ, ਕਿਤੋਂ ਵੀ ਫਰਕ ਨਹੀਂ, ਕਿਉਂਕਿ ਇੰਗਲਿਸ਼ ਮੈਡੀਸਨ ਅਸੀਂ ਖਾਧੀ ਨਹੀਂ ਇਹਦੇ ਲਈ। ਅੱਛਾ, ਸਿਰਫ ਆਯੁਰਵੈਦਿਕ ਹੀ ਖਾਧੀ, ਪਰ ਖਾਧੀ ਬਹੁਤ ਦੂਰ ਤੱਕ ਖਾਧੀ, ਪਰ ਆਰਾਮ ਨਹੀਂ ਆਇਆ ਸੀ। ਕਿੰਨੀ ਦੂਰ ਚਲ ਗਏ? ਲੁਧਿਆਣੇ ਤੋਂ ਪਹਿਲਾਂ ਵੀ ਖਾਧੀ ਸੀ, ਅੱਛਾ। ਪਰ ਉਹ ਡਾਕਟਰ ਹੋਰ ਸੀ। ਅੱਛਾ, ਤੇ ਅਸੀਂ ਬਰਨਾਲੇ ਤੋਂ ਖਾਧੀ, ਅਬੋਹਰ ਤੋਂ ਖਾਧੀ, ਬੱਲੇ ਬਹੁਤ ਜਗ੍ਹਾ ਤੋਂ, ਮੋਗੇ ਤੋਂ ਬਹੁਤ ਜ਼ਿਆਦਾ ਖਾਧੀ, ਪਰ ਆਰਾਮ ਨਹੀਂ ਆਇਆ। ਕੋਟਕਪੂਰੇ ਤੋਂ ਵੀ ਖਾਧੀ, ਥੱਕ ਹਾਰ ਕੇ ਫਿਰ ਇੱਥੇ ਆਏ। ਹਾਰ ਕੇ ਨਹੀਂ, ਮੈਂ ਵੀਡੀਓ ਵੇਖ ਕੇ ਆਇਆ। ਪਰ ਜਿੰਨਾ ਕੁਝ ਮੈਂ ਵੀਡੀਓ 'ਚ ਵੇਖਿਆ ਉਸ ਤੋਂ ਵੀ ਜ਼ਿਆਦਾ ਇੱਥੇ ਮਤਲਬ ਵਧੀਆ ਕੰਮ ਮੈਨੂੰ ਲੱਗਿਆ। ਹੱਥ ਦੇ ਵਿੱਚ ਰਿਪੋਰਟ ਚੱਕੀ ਫਿਰਦੇ ਹੋ, ਕਿਹੜੀ ਹੈ ਇਹ ਮੇਰਾ ਰਿਸ਼ਤੇਦਾਰ ਆ, ਉਸ ਦੀ ਰਿਪੋਰਟ ਆ, ਉਹਦੇ ਫਫੜਿਆਂ ਵਿੱਚ ਪਾਣੀ ਭਰਦਾ ਹੈ। ਅੱਛਾ, ਫੇਫੜਿਆਂ 'ਚ ਪਾਣੀ ਭਰਦਾ ਹੈ। ਹਾਂ, ਤੇ ਉਹਨੂੰ ਸਾਹ ਲੈਣ 'ਚ ਬੜੀ ਤਕਲੀਫ ਆ। ਮੈਂ ਬਾਬਾ ਜੀ ਨਾਲ ਡਿਸਕਸ ਕੀਤਾ ਸੀ, ਇਹ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਲੈ ਕੇ ਆਓ, ਬਟ ਉਹਨਾਂ ਦੇ ਵਿੱਚ ਕਮਜ਼ੋਰੀ ਬਹੁਤ ਜ਼ਿਆਦਾ ਹੈ, ਇਸ ਕਰਕੇ ਉਹ ਆ ਨਹੀਂ ਸਕਦੇ। ਮੈਂ ਉਹਦੀਆਂ ਰਿਪੋਰਟਾਂ ਲੈ ਕੇ ਆਇਆ ਤੇ ਉਹਨਾਂ ਦੀ ਸਾਰੀ ਗੱਲਬਾਤ ਜੋ ਉਹਨਾਂ ਨੇ ਡਿਸਕਸ ਕੀਤੀ ਸੀ ਮੇਰੇ ਨਾਲ, ਉਹ ਲੈ ਕੇ ਆਇਆ। ਮੈਂ ਸੁਣਿਆ ਤੁਸੀਂ ਤਾਂ ਪੂਰੀ ਗਾਰੰਟੀ ਲੈ ਕੇ ਆਏ ਹੋ। ਬਿਲਕੁਲ ਗਾਰੰਟੀ, ਕੰਮ ਹੀ ਗਾਰੰਟੀ ਵਾਲਾ ਇੱਥੇ। ਅੱਛਾ, ਇੱਥੇ ਕੰਮ ਮੈਂ ਵੇਖ ਲਿਆ ਵੀ ਇੱਥੇ ਕੰਮ ਹੀ ਗਾਰੰਟੀ ਵਾਲਾ ਹੈ। ਕੋਈ ਵੀ ਜਿਹੜਾ ਇੱਥੋਂ ਆ ਕੇ ਗੰਭੀਰ ਤੋਂ ਗੰਭੀਰ ਬਿਮਾਰੀ ਦਾ ਇਲਾਜ ਕਰਾਏਗਾ ਉਹ ਨਿਰਾਸ਼ਾ ਨਹੀਂ ਜਾਏਗਾ। ਭੈਣੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਹਾਂਜੀ ਸਰ, ਮੈਂ ਕੋਟਕਪੂਰੇ ਤੋਂ। ਕੋਟਕਪੂਰੇ ਤੋਂ। ਕੀ ਨਾਮ ਹੈ ਤੁਹਾਡਾ ਭੈਣੇ? ਪਰਮਜੀਤ ਕੌਰ ਜੀ। ਕੀ ਕੰਮ ਕਰਦੇ ਹੋ ਤੁਸੀਂ? ਮੈਂ ਵੋਕੇਸ਼ਨਲ ਲੈਕਚਰਰ ਜੀ। ਲੈਕਚਰਰ ਹੋ? ਯੈਸ ਸਰ। ਕੀ ਤੁਹਾਨੂੰ ਕੀ ਪ੍ਰੋਬਲਮ ਆਈ ਸੀ ਭੈਣੇ? ਸਰ ਮੇਰੀਆਂ ਲੱਤਾਂ 'ਚ ਬਹੁਤ ਦਰਦ ਰਹਿੰਦਾ ਸੀ, ਪੈਰਾਂ 'ਚ ਵੀ, ਖੜਿਆ ਨਹੀਂ ਸੀ ਜਾਂਦਾ, ਸਰਵਾਈਕਲ ਬਹੁਤ ਜ਼ਿਆਦਾ ਸੀ, ਜਿਹਦੇ ਨਾਲ ਮੇਰਾ ਖੱਬਾ ਪੈਰ ਆ ਉਹ ਸੌਣ ਲੱਗ ਗਿਆ ਸੀ। ਮੈਂ ਅੱਜ ਤੋਂ 10 ਦਿਨ ਪਹਿਲਾਂ ਦਵਾਈ ਲੈ ਕੇ ਗਈ ਸੀ, ਉਹਦੇ ਨਾਲ ਮੈਨੂੰ ਇੰਨੀ ਰਿਕਵਰੀ ਆ ਕਿ ਮੇਰੇ ਪੈਰਾਂ ਦਾ ਦਰਦ ਬਿਲਕੁਲ ਬੰਦ ਆ ਤੇ ਮੇਰਾ ਜਿਹੜਾ ਪੈਰ ਸੌਂਦਾ ਸੀ ਉਹ ਵੀ ਬਿਲਕੁਲ ਠੀਕ ਆ ਹੁਣ। ਤੁਸੀਂ ਇਸ ਤੋਂ ਪਹਿਲਾਂ ਭੈਣੇ ਹੋਰ ਵੀ ਤੁਸੀਂ ਕੋਟਕਪੂਰੇ ਤੋਂ ਆਏ ਹੋ। ਕੋਟਕਪੂਰਾ ਇੱਥੋਂ ਬਹੁਤ ਦੂਰ ਆ ਜੇ ਗੱਲ ਕਰੀਏ, ਤੇ ਇੰਨੀ ਦੂਰੋਂ ਆਏ ਹੋ, ਉੱਥੇ ਵੀ ਦਵਾਈ ਕਿਸ ਤੋਂ ਲਈ ਹੋਊਗੀ, ਫਰਕ ਪਿਆ ਕਿ ਨਹੀਂ? ਸਰ ਮੈਂ ਆਯੁਰਵੈਦਿਕ ਦਵਾਈ ਫਸਟ ਟਾਈਮ ਲਈ ਆ, ਇਸ ਤੋਂ ਪਹਿਲਾਂ ਇੰਗਲਿਸ਼ ਟ੍ਰੀਟਮੈਂਟ ਲਿਆ, ਉਹਦੇ ਨਾਲ ਬਸ ਉਨਾ ਟਾਈਮ ਰਿਕਵਰੀ ਆ, ਫਿਰ ਸਟਾਰਟ ਹੋ ਜਾਂਦਾ ਸੀ। ਕਿੰਨੇ ਕੁ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਸੀ ਤੁਹਾਨੂੰ? ਸਰ 3-4 ਸਾਲ ਤੋਂ। 3-4 ਸਾਲ? ਹਾਂਜੀ ਤੇ ਬਿਲਕੁਲ। ਕਿੰਨੇ ਕੁ ਡਾਕਟਰ ਚੇਂਜ ਕਰ ਲਏ? ਡਾਕਟਰ ਸਰ 2-3 ਮਹੀਨਿਆਂ ਬਾਅਦ ਖਾ ਕੇ ਚੇਂਜ ਕਰ ਲਈਦੇ ਸੀ, ਅੱਛਾ, ਪਰ ਕਿਸੇ ਉਹ ਵੀ ਜਿਵੇਂ ਹੁਣ ਨਹੀਂ ਸੀ ਫਰਕ, ਫਿਰ ਉਹਨੇ ਕੁ ਟਾਈਮ ਆਰਾਮ ਰਹਿੰਦਾ ਸੀ, ਫਿਰ ਹੋ ਜਾਂਦਾ ਸੀ, ਜਿਹਦੇ ਨਾਲ ਯੂਰਿਕ ਐਸਿਡ ਬਹੁਤ ਜ਼ਿਆਦਾ ਮੇਰਾ ਵੱਧ ਗਿਆ ਸੀ, 6 ਹੋ ਗਿਆ ਸੀ। ਠੀਕ ਹੈ। ਤਾਂ ਹੁਣ ਕੋਈ ਯੂਰਿਕ ਐਸਿਡ ਨਹੀਂ, ਮੈਨੂੰ ਬਿਲਕੁਲ ਠੀਕ ਆ। ਅੱਛਾ, ਕਿੰਨੇ ਟਾਈਮ ਦੀ ਦਵਾਈ ਖਾਧੀ ਤੁਸੀਂ? ਮੈਂ ਸਰ 10 ਦਿਨ ਹੀ ਹੋਏ ਖਾਧੀ ਨੂੰ। ਅਜੇ 10 ਦਿਨ ਦੇ ਵਿੱਚ ਹੀ ਫਰਕ ਪੈ ਗਿਆ? ਬਿਲਕੁਲ ਬਿਲਕੁਲ ਯਾਨੀ ਕਿ 3-4 ਸਾਲ ਦਾ ਜਿਹੜਾ ਰੋਗ ਤੁਹਾਡਾ ਲੱਗਿਆ ਹੋਇਆ ਸੀ ਤੁਹਾਡੇ ਸਰੀਰ ਨੂੰ, ਉਹ 10 ਦਿਨ ਦੇ ਵਿੱਚ? ਮੈਂ ਦੁਬਾਰਾ ਆਈ ਆ, ਕਿਉਂਕਿ ਮੈਨੂੰ ਰਿਕਵਰੀ ਆ ਤਾਂ ਮੈਂ ਤਾਂ ਹੀ ਦੁਬਾਰਾ ਆਈ ਆ। ਹਾਂ, ਨਹੀਂ ਤਾਂ ਇਦਾਂ ਆਉਂਦਾ ਕੋਈ? ਬਿਲਕੁਲ ਸਰ, ਇੰਨੀ ਦੂਰੋਂ ਚੱਲ ਕੇ ਅਸੀਂ ਸਪੈਸ਼ਲ ਇਸੇ ਲਈ ਆਏ ਹਾਂ। ਅੱਛਾ ਭੈਣੇ, ਸਤਿ ਸ਼੍ਰੀ ਅਕਾਲ, ਤੁਹਾਡਾ ਕੀ ਨਾਮ ਹੈ ਜੀ? ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਲਤਾਲੇ ਤੋਂ। ਤੇ ਤੁਸੀਂ, ਤੁਹਾਨੂੰ ਕੀ ਪ੍ਰੋਬਲਮ ਆਈ ਸੀਗੀ? ਪੇਟ 'ਚ ਇਨਫੈਕਸ਼ਨ ਹੋ ਪੇਟ 'ਚ ਇਨਫੈਕਸ਼ਨ? ਇਨਫੈਕਸ਼ਨ। ਅੱਛਾ, ਤੇ ਫਿਰ ਤੁਸੀਂ ਇੱਥੋਂ ਦਵਾਈ ਲਈ ਇਹਨਾਂ ਤੋਂ? ਹਾਂਜੀ। ਕਿੰਨੇ ਟਾਈਮ ਪਹਿਲਾਂ ਲਈ ਸੀ? 1 ਮੰਥ ਪਹਿਲਾਂ। 1 ਮਹੀਨੇ ਪਹਿਲਾਂ? ਤੇ ਫਰਕ ਹੈ ਉਸ ਚੀਜ਼ ਦਾ? ਹਾਂਜੀ। ਪਹਿਲਾਂ ਹੋਰ ਡਾਕਟਰਾਂ ਤੋਂ ਲਈਆਂ ਤੁਸੀਂ ਇਸ ਤੋਂ ਦਵਾਈ, ਕਿ ਸਿੱਧਾ ਇਹਨਾਂ ਕੋਲ ਹੀ ਆਏ ਸੀ? ਇਹ ਪਹਿਲਾਂ ਵੀ ਲਈ ਸੀਗੀ, ਉਹਨਾਂ ਤੋਂ ਫਰਕ ਨਹੀਂ ਪਿਆ ਹੈਗਾ। ਫਿਰ ਅਸੀਂ ਫੇਸਬੁੱਕ ਤੇ ਪਾਪਾ ਫਾਦਰ ਇਨ ਲਾਅ ਨੇ ਦੇਖਿਆ ਤੇ ਉਹਨਾਂ ਨੇ ਸਾਨੂੰ ਦੱਸਿਆ, ਫਿਰ ਅਸੀਂ ਇੱਥੇ ਆਏ। ਫਿਰ ਤੁਸੀਂ ਇੱਥੇ ਆ ਗਏ? ਹਾਂਜੀ। ਕੀ ਬਾਤ। ਅੱਛਾ, ਇਧਰਲੀ ਸਾਈਡ ਵੀ ਕੁਝ ਪੇਸ਼ੈਂਟ ਬੈਠੇ ਨੇ, ਇਹਨਾਂ ਵੀ ਗੱਲ ਕਰ ਲੈਣਾ। ਭਾਜੀ ਤੁਹਾਡਾ ਕੀ ਨਾਮ ਹੈ ਜੀ? शंकर जी, ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? फिरोजपुर तो आए। ਫਿਰੋਜ਼ਪੁਰ ਤੋਂ ਆਏ ਹੋ? हाँ जी। ਫਿਰੋਜ਼ਪੁਰ ਇੱਥੋਂ ਕਿੰਨਾ ਕਿਲੋਮੀਟਰ ਪੈਂਦਾ ਹੈ, ਅੰਦਾਜ਼ਾ ਲਾਵਾਂ ਜੀ? 150 ਤੋਂ ਉੱਤੇ ਹੋਊਗਾ? 100 100 तो ऊपर है। हाँ। ਅੱਛਾ, ਤੁਸੀਂ ਫਿਰ
100 ਕਿਲੋਮੀਟਰ ਪਾਰ ਕਰਕੇ ਵਨ ਸਾਈਡ 100 ਕਿਲੋਮੀਟਰ ਆਉਣ 100 ਕਿਲੋਮੀਟਰ ਜਾਣ ਲਾ ਲਈਏ 200 ਕਿਲੋਮੀਟਰ ਦੂਰ ਆਏ ਹੋ ਕਿਉਂ ਖਾਸ ਕਾਰਨ सर तो दवाई मैं लेती सी 2 महीने पहले ਕਾਦੀ ਸ਼ੂਗਰ ਦੀ ਦਵਾਈ ਲੈਤੀ ਸੀਗੀ ਅੱਛਾ ਸਰੀਰ ਨੂੰ ਮੇਰੇ ਕਮਜ਼ੋਰੀ ਬਹੁਤ ਜ਼ਿਆਦਾ ਸੀਗੀ ਅੱਛਾ ਤੇ ਮੈਨੂੰ ਥੋੜਾ ਫਰਕ ਪਿਆ ਤੇ ਮੈਂ ਦੁਬਾਰਾ ਦੁਬਾਰਾ ਆਏ ਹੋ ਹਾਂਜੀ। ਇੰਨੀ ਦੂਰ ਹਾਂਜੀ ਅੱਛਾ ਤੁਸੀਂ ਪਹਿਲਾਂ ਕਿੰਨੇ ਕ ਟਾਈਮ ਦੀ ਦਵਾਈ ਖਾ ਲਈ ਇਹਨਾਂ ਤੋਂ ਮੈਂ 2 ਮਹੀਨੇ ਖਾ ਲਈ ਤੀ 2 ਮਹੀਨੇ ਖਾਧੀ ਹੈ 2 ਤੇ ਕਿੰਨਾ ਕੁ ਫਰਕ ਪਿਆ ਸੱਚੀ ਦੱਸਿਓ ਬਹੁਤ ਜ਼ਿਆਦਾ ਫਰਕ ਪਿਆ ਹੈ, ਪੂਰਾ ਫਰਕ ਹੈ ਪੂਰਾ ਫਰਕ ਪਹਿਲਾਂ ਕੀ ਕੰਡੀਸ਼ਨ ਹੁੰਦੀ ਸੀ ਤੁਹਾਡੀ ਜਿਵੇਂ ਹੁਣ ਤੁਸੀਂ ਬੋਲ ਵੀ ਥੋੜੇ ਆਰਾਮ ਨਾਲ ਰਹੇ ਹੋ ਹਨਾ ਹੌਲੀ ਹੌਲੀ ਬੋਲ ਰਹੇ ਬੋਲਿਆ ਵੀ ਨਹੀਂ ਜਾਂਦਾ ਮੇਰੇ ਕੋਲ ਹੋ ਅੱਛਾ ਬੋਲਿਆ ਨਹੀਂ ਜਾਂਦਾ ਚੱਲਿਆ ਨਹੀਂ ਜਾਂਦਾ ਅਸੀਂ ਹੱਥ ਪੈਰ ਕੰਬਦੇ ਸੀ ਮੇਰੇ ਇੰਨੀ ਕਮਜ਼ੋਰੀ ਸੀ ਇੰਨੀ ਕਮਜ਼ੋਰੀ ਸੀ ਅੱਛਾ ਹੂੰ। ਤੇ ਤੁਸੀਂ ਇਹਨਾਂ ਬਾਰੇ ਕਿਵੇਂ ਤੁਹਾਨੂੰ ਪਤਾ ਲੱਗਿਆ ਮੈਨੂੰ ਫੇਸਬੁੱਕ ਤੋਂ ਪਤਾ ਲੱਗਿਆ ਸੀ ਅੱਛਾ ਇੱਕ ਚੀਜ਼ ਹੁੰਦੀ ਆ ਫੇਸਬੁੱਕ ਤੇ ਦਿਖਾਇਆ ਕੁਛ ਜਾਂਦਾ ਅਸਲੀਅਤ ਕਈ ਵਾਰ ਕੁਛ ਹੁੰਦੀ ਹੈ ਇੱਥੇ ਉਹ ਚੀਜ਼ ਤਾਂ ਨਹੀਂ ਜੀ ਨਹੀਂ ਸਰ ਮੈਂ ਸਰ ਨਾਲ ਗੱਲ ਕਰਕੇ ਕੀਤੀ ਵਧੀਆ ਸੀ ਟ੍ਰੀਟ ਕਰਦੇ ਨੇ ਹਾਂਜੀ ਭਾਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਸੁਰਿੰਦਰ ਸਿੰਘ ਜੀ। ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਜਲੰਧਰ ਤੋਂ ਜੀ। ਜਲੰਧਰ ਤੋਂ ਇੱਥੇ ਲੁਧਿਆਣੇ ਆਏ ਹੋ ਕੋਈ ਪ੍ਰੋਬਲਮ ਤਾਂ ਹੋਊਗੀ ਕੀ ਪ੍ਰੋਬਲਮ ਸੀ ਪ੍ਰੋਬਲਮ ਸੀ ਮੈਨੂੰ ਐਲਰਜੀ ਸੀ, ਜ਼ੁਕਾਮ ਨਿੱਛਾਂ ਬਹੁਤ ਆਉਂਦੀਆਂ ਸੀਗੀਆਂ, ਰੇਸ਼ੇ ਦੀ ਪੂਰੀ ਬੋਡੀ ਵਿੱਚ ਰੇਸ਼ਾ ਸੀਗਾ ਜੀ। ਅੱਛਾ ਤੇ ਮੈਂ ਦਵਾਈ ਦੂਸਰੀ ਵਾਰ ਆ ਰਿਹਾ ਮੈਂ ਆਇਆ ਹੋਇਆ ਤੇ ਬਿਲਕੁਲ ਹੁਣ ਪ੍ਰੋਪਰ ਥੋੜਾ ਜਿਹਾ ਫਰਕ ਲੱਗਾ। ਕਿੰਨੇ ਕ ਟਾਈਮ ਦੀ ਦਵਾਈ ਖਾ ਲਈ ਮੈਂ ਅਜੇ ਪਿਛਲੇ ਹਫਤੇ ਆਇਆ ਸੀਗਾ ਤੇ ਮਤਲਬ ਕਿ 10 ਦਿਨ ਦੀ ਦਵਾਈ ਖਾ ਲਈ ਮੈਂ ਅੱਛਾ ਤੇ ਕੁਝ ਫਰਕ ਲੱਗਾ ਮੈਨੂੰ, ਫਰਕ ਹੈ ਫਰਕ ਹੈ ਅੱਗੇ। ਅੱਛਾ ਇਸ ਤੋਂ ਪਹਿਲਾਂ ਜਿਵੇਂ ਮੈਂ ਹੋਰ ਵੀ ਵੇਖਿਆ ਕਿ ਹੋਰ ਡਾਕਟਰਾਂ ਤੋਂ ਕੋਲ ਤੁਸੀਂ ਜਲੰਧਰ ਦੇ ਵਿੱਚ ਕਿਉਂਕਿ ਜਲੰਧਰ ਬਹੁਤ ਵੱਡਾ ਸ਼ਹਿਰ ਹੈ ਉੱਥੇ ਵੀ ਬੜੇ ਵਧੀਆ ਵੈਲ ਨੋਨ ਜਿਹੜੇ ਡਾਕਟਰ ਹੁੰਦੇ ਨੇ ਉਹਨਾਂ ਤੋਂ ਵੀ ਟ੍ਰੀਟ ਕਰਾਇਆ ਹੋਊਗਾ ਤੁਸੀਂ ਦਵਾਈ ਲਈ ਹੋਊਗੀ ਉਹਨਾਂ ਦਾ ਫਰਕ ਨਹੀਂ ਸੀ ਪਿਆ ਉਹ ਜੋ ਹੋਮੋਪੈਥਿਕ ਮੈਂ ਖਾਧੀ ਸੀਗੀ ਅੱਛਾ। ਪਰ ਉਹ ਤੋਂ ਕੋਈ ਫਰਕ ਨਹੀਂ ਪਿਆ। ਮੈਂ 4-5 ਮਹੀਨੇ ਖਾ ਚੁੱਕਾ ਸੀਗਾ ਪਰ ਮੈਂ ਹੋਰ ਤੋਂ ਵੀ ਕਾਫੀ ਮੈਂ 10 ਸਾਲ ਦੀ ਪ੍ਰੋਬਲਮ ਹੈ 10 ਸਾਲ ਤੋਂ ਲੇਕਿਨ ਇੱਥੇ ਆ ਕੇ ਮੈਨੂੰ ਕਾਫੀ ਜ਼ਿਆਦਾ ਫਰਕ ਲੱਗਾ, ਮੈਨੂੰ ਕਾਫੀ ਫਰਕ ਪਿਆ ਮੇਰੇ 'ਚ। ਹਾਂਜੀ ਹਾਂਜੀ ਮੈਂ ਤੁਹਾਨੂੰ ਹੁਣ ਦਰਸ਼ਕੋ ਅੰਦਰ ਲੈ ਕੇ ਚੱਲਦਾ ਕਿ ਜਿੱਥੇ ਉਹ ਜੜੀ ਬੂਟੀ ਤਿਆਰ ਕੀਤੀ ਜਾਂਦੀ ਆ ਆ ਬੰਦੇ ਬੈਠੇ ਨੇ ਮੈਂ ਇਹਨਾਂ ਕੋਲ ਕੋਈ ਪਲਾਨ ਕਰਕੇ ਨਹੀਂ ਸੀ ਆਇਆ ਮੈਂ ਸਿੱਧਾ ਹੀ ਆ ਗਿਆ ਹੁਣ ਆਪਾਂ ਸਿੱਧੀ ਗੱਲਬਾਤ ਹੀ ਕਰਨੀ ਹੈ ਵੈਸੇ ਸਾਹਿਬ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ ਗੁਰੂ ਠੀਕ ਐਨ ਫਸਟ ਕਲਾਸ ਮੈਨੂੰ ਇੱਕ ਗੱਲ ਦੱਸੋ ਫੇਸਬੁੱਕ ਤੇ ਕਹਿੰਦੇ ਦਿਖਾਇਆ ਕੁਝ ਹੋਰ ਜਾਂਦਾ ਅਸਲੀਅਤ ਕਈ ਵਾਰ ਕੁਝ ਹੋਰ ਹੁੰਦੀ ਆ ਬਾਹਰ ਬੈਠੇ ਮਰੀਜ਼ ਬੋਲ ਰਹੇ ਨੇ ਬਿਲਕੁਲ ਬਿਲਕੁਲ ਇਹ ਪਰਮਾਤਮਾ ਦੀ ਕਿਰਪਾ ਹੈ ਔਰ ਇਹਨਾਂ ਦਾ ਆਸ਼ੀਰਵਾਦ ਹੈ ਇਹ ਸਾਡੇ ਫਾਦਰ ਸਾਹਿਬ ਕਹਿ ਲਓ ਉਸਤਾਦ ਕਹਿ ਲਓ ਇਹ ਆਯੁਰਵੈਦ ਆਚਾਰੀਆ ਨੇ ਸ਼੍ਰੇਸ਼ ਰਾਜਪਾਲ ਜੀ ਜਿਨ੍ਹਾਂ ਕੋਲੋਂ 25 ਸਾਲ ਹੋ ਗਏ ਸਾਡਾ ਪਿਓ ਪੁੱਤ ਦਾ ਰਿਸ਼ਤਾ ਹੈ ਅੱਛਾ ਇਹ ਇੱਥੇ ਤੱਕ ਜਿਹੜਾ ਏਡੀ ਏਡੀ ਦੂਰ ਪੰਜਾਬ ਕੈਨੇਡਾ ਅਮਰੀਕਾ ਇੰਗਲੈਂਡ ਅਸੀਂ ਚਲੇ ਗਏ ਨਾ ਲੋਕਾਂ ਦੇ ਫੋਨ ਆਉਂਦੇ ਆ ਜਾਂ ਦਵਾਈਆਂ ਪਹੁੰਚ ਗਈਆਂ ਇਹ ਇਹਨਾਂ ਦੀ ਦੇਣ ਹੈ ਕੀ ਬਾਤ ਅੱਛਾ ਮੈਂ ਤਾਂ ਸੁਣਿਆ ਇੱਕ ਮਰੀਜ਼ ਐਸਾ ਵੀ ਹੈ ਜਿਹੜਾ ਸਵੇਰ ਤੋਂ ਆਟੋ ਦੇ ਵਿੱਚ ਬੈਠਾ ਹੈ, ਚੱਲ ਵੀ ਨਹੀਂ ਸਕਦਾ ਉਹ ਵਿਚਾਰੇ ਤੋਂ ਨਾ ਉਤਾਰ ਨਹੀਂ ਹੋ ਰਿਹਾ ਉਹ ਤੋਂ ਉਹ ਇੰਨਾ 1 ਕੁਆਂਟਲ ਤਾਂ ਉਹਦਾ weight ਹੋਇਆ ਪਿਆਗਾ ਤੇ ਉਹਨੂੰ 3-4 ਬੰਦੇ ਵੀ ਲੱਗ ਜਾਣਗੇ ਅਸੀਂ ਤਾਂ ਵੀ ਨਹੀਂ ਲਾ ਸਕਦੇ ਸੀ ਹੁਣ ਅਸੀਂ ਉਹਨਾਂ ਨੂੰ ਚੈੱਕ ਕਰਨ ਚੱਲੇ ਆਂਗੇ ਉਹ ਆਟੋ ਦੇ ਵਿੱਚ ਹੀ ਬੈਠੇ ਨੇ ਆਟੋ 'ਚ ਹੀ ਬਿਠਾਇਆ ਉਹਨੂੰ ਛਾਵੇਂ ਲਾਇਆ ਹੋਇਆ ਆਟੋ ਇੱਥੇ ਪਾਰਕ ਦੇ ਵਿੱਚ ਲਾਇਆ ਹੋਇਆ ਅੱਛਾ ਜਾਣੀ ਕਿ ਉਹਨੂੰ ਉਤਾਰਨਾ ਬੜਾ ਅਨਪੋਸੀਬਲ ਹੋ ਗਿਆ ਕਿਹੜੀ ਜਗ੍ਹਾ ਤੋਂ ਆਏ ਨੇ ਉਹ ਮੇਰਾ ਖਿਆਲ ਨਵੇਂ ਸ਼ਹਿਰ ਤੋਂ ਆਏ ਨੇ ਔਰ ਉਹ ਹੋਇਆ ਕੀ ਕਾਰਨ ਕੀ ਹੋਇਆ ਵੀ ਸਟੀਰੋਇਡ ਖਾ ਖਾ ਕੇ ਵਿਚਾਰਾ ਫਲਾਤਾ ਐਲੋਪੈਥੀ ਦਵਾਈਆਂ ਇੰਨੀਆਂ ਖਾ ਚੁੱਕਿਆ 4-5 ਸਾਲਾਂ ਤੋਂ ਉਹ ਸਟੀਰੋਇਡ ਖਾ ਖਾ ਕੇ ਸਰੀਰ ਉਹਦਾ ਐਡਾ ਮੋਟਾ ਹੋ ਗਿਆ ਕਿ ਹੁਣ ਉਹ ਚੱਲਣ ਫਿਰਨ ਤੋਂ ਅਪਾਹਜ ਹੋ ਗਿਆ ਬੱਚਾ ਵਿਚਾਰਾ ਠੀਕ ਹੈ ਤੇ ਹੁਣ ਉਹ ਤਾਂ ਦੇਖਦੇ ਹਾਂ ਅਸੀਂ ਸ਼ੁਰੂ ਕਰਦੇ ਹਾਂ ਟ੍ਰੀਟਮੈਂਟ ਪਰਮਾਤਮਾ ਸੁੱਖ ਰੱਖੇ 2-4 ਮਹੀਨੇ 'ਚੋਂ ਚੱਲੂਗਾ ਤੁਰੂ ਫਿਰੂਗਾ ਅੱਛਾ ਦੋਸਤੋ ਜਿਵੇਂ ਮੈਂ ਗੱਲ ਕੀਤੀ ਸੀਗੀ ਪੇਸ਼ੈਂਟ ਇੱਕ ਆਟੋ ਦੇ ਵਿੱਚ ਬੈਠਾ ਆ ਬੜੇ ਟਾਈਮ ਤੋਂ ਮਾਤਾ ਜੀ ਕੀ ਨਾਮ ਹੈ ਤੁਹਾਡਾ ਬਲਵਿੰਦਰ ਕੌਰ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਆਲਾ ਚੌਰ ਆਲਾਚੌਰ ਨਵੇਂ ਸ਼ਹਿਰ ਤੋਂ ਆਏ ਹਾਂਜੀ ਅੱਛਾ ਇਹ ਤੁਹਾਡਾ ਬੇਟਾ ਆ ਹਾਂਜੀ ਕੀ ਪ੍ਰੋਬਲਮ ਵੀਰੇ ਨੂੰ ਪ੍ਰੋਬਲਮ ਪੈਰ ਹੱਥ ਪੈਰ ਵਿੰਗੇ ਹੋ ਗਏ ਆ ਬੈਠ ਕੇ ਉੱਠ ਨਹੀਂ ਸਕਦਾ ਅੱਛਾ ਹਾਂਜੀ ਇੱਦੇ ਬੈਠਾ ਆ ਕਿੰਨੇ ਚਿਰ ਤੋਂ ਪ੍ਰੋਬਲਮ ਹੈ ਇਹ ਇਹ 10-12 ਸਾਲ ਤੋਂ ਹੋ ਗਈ ਆ 10-12 ਸਾਲ ਹਾਂਜੀ ਤੇ ਕਿੱਥੇ ਕਿੱਥੇ ਦਿਖਾ ਲਿਆ ਫਿਰ ਤੁਸੀਂ ਅਸੀਂ ਬਹੁਤ ਥਾਂ ਦਿਖਾ ਚੁੱਕੇ ਆ ਇੱਧਰ ਚੰਡੀਗੜ੍ਹ ਪੀਜੀਆਈ ਸਾਰੇ ਰਾਜਸਥਾਨ ਵੀ ਲੈ ਗਏ ਇੱਧਰ ਕਿਹੜਾ ਪਹਾੜਾਂ ਵੱਲ ਕਾਂਗੜਾ ਉੱਧਰ ਵੀ ਸਾਰੇ ਦਿਖਾ ਲਿਆ ਆ ਕਿਤੇ ਨਹੀਂ ਫਰਕ ਪਿਆ ਡਾਕਟਰ ਕੀ ਕਹਿੰਦੇ ਨੇ ਕੁਝ ਨਹੀਂ ਦੱਸਿਆ ਸਾਨੂੰ ਦੱਸ ਨਹੀਂ ਰਹੇ ਅੱਛਾ 10-12 ਸਾਲ ਪਹਿਲਾਂ ਠੀਕ ਸੀਗਾ ਵੀਰਾ ਹਾਂਜੀ ਠੀਕ ਸੀਗਾ ਤੁਰਦਾ ਸੀਗਾ ਸਕੂਲੇ ਜਾਂਦਾ ਹਾਂਜੀ ਅੱਛਾ ਹਾਂਜੀ ਪੜ੍ਹਾਈ ਵੱਲ ਨਹੀਂ ਦਿਮਾਗ ਤੁਰਿਆ ਉਦਾਂ ਠੀਕ ਸੀਗਾ ਜਾਂਦਾ ਸੀ ਹਾਂਜੀ ਹੁਣ ਪ੍ਰੋਬਲਮ ਕੀ ਆ ਰਹੀ ਜਿਵੇਂ ਉੱਠ ਬੈਠ ਨਹੀਂ ਸਕਦਾ ਵੀਰਾ ਹਾਂਜੀ ਬਿਲਕੁਲ ਵੀ ਨਹੀਂ ਨਹੀਂ ਤੇ ਖਾ ਪੀ ਸਕਦਾ ਉਦਾਂ ਹਾਂਜੀ ਖਾ ਲੈਂਦਾ ਸਭ ਕੁਝ ਕੀ ਨਾਮ ਕੀ ਹੈ ਵੀਰੇ ਦਾ ਉਮਰ ਕਿੰਨੀ ਹੈ ਇਹਦਾ ਨਾਂ ਸੋਢੀ ਸਿੰਘ 29 ਸਾਲ ਦੀ ਉਮਰ 29 ਸਾਲ ਦੀ ਉਮਰ ਵੀਰੇ ਦੀ 29 ਸਾਲ ਦੀ 16 ਸਾਲ ਤੱਕ ਠੀਕ ਰਿਹਾ ਹੈ ਬੜਾ ਵਧੀਆ ਅੱਛਾ ਹਾਂਜੀ 12-13 ਸਾਲ ਹੋ ਗਏ ਨੇ ਇਦਾਂ ਹੀ ਬੈਠੇ ਨੂੰ ਵੀਰੇ ਦੇ ਅੱਖਾਂ ਦੇ ਵਿੱਚ ਹੰਝੂ ਵੀ ਆ ਰਹੇ ਨੇ ਪਰ ਮੈਂ ਚਾਹੁੰਨਾ ਅੱਜ ਬਾਈ ਹੁਣੀ ਇੱਥੇ ਪਹੁੰਚੇ ਨੇ ਤਾਂ ਹੋ ਸਕਦਾ ਆ ਵੀ ਇਹਨਾਂ ਨੂੰ ਜਿਵੇਂ ਬਾਕੀ ਮਰੀਜ਼ਾਂ ਨੂੰ ਫਰਕ ਪਿਆ ਬਾਈ ਨੂੰ ਵੀ ਜਿਹੜਾ ਜਲਦ ਤੋਂ ਜਲਦ ਫਰਕ ਪਊਗਾ
ਐਸਾ ਕੀ ਪਾਉਂਦੇ ਹੋ ਤੁਸੀਂ? ਪਹਿਲੀ ਗੱਲ ਤਾਂ ਦਵਾਈ ਦੇ ਵਿੱਚ ਪਹਿਲਾਂ ਮੈਨੂੰ ਇਹ ਦੱਸੋ, ਹਰ ਇੱਕ ਵੈਦ ਕਹਿੰਦਾ ਵੀ ਸਾਡੀ ਦਵਾਈ ਉਹ ਵੈਦ ਨਾਲੋਂ ਜਾਂ ਉਹ ਡਾਕਟਰ ਨਾਲੋਂ ਵਧੀਆ, ਹਰ ਇੱਕ ਵੈਦ ਇਹ ਕਹਿੰਦਾ। ਤੁਹਾਡੇ ਕੋਲੇ ਲੋਕ ਆ ਰਹੇ ਨੇ ਕੋਟਕਪੂਰੇ ਤੋਂ, ਤੁਹਾਡੇ ਕੋਲੇ ਲੋਕ ਆ ਰਹੇ ਨੇ ਮੋਗੇ ਤੋਂ, ਤੁਹਾਡੇ ਕੋਲੇ ਲੋਕ ਆ ਰਹੇ ਨੇ ਫਿਰੋਜ਼ਪੁਰ ਤੋਂ, ਬੜੀ ਦੂਰੋਂ ਦੂਰੋਂ ਲੋਕ ਆ ਰਹੇ ਨੇ। ਖਾਸ ਕਰਨ ਦਵਾਈ ਦੇ ਵਿੱਚ ਐਸਾ ਕੀ ਪਾਉਂਦੇ ਹੋ? ਕੁਝ ਹੈ ਵੈਸੇ? ਜੇ ਮੈਂ ਗੱਲ ਕਰ ਲਾਂ ਵੀ ਜੇ ਦਰਸ਼ਕ ਕਹਿਣ ਵੀ ਇਸ ਤਾਂ ਦਵਾਈ ਟੈਸਟ ਵੀ ਕਰਾਉਣੀ ਲੈਬ ਦੇ ਵਿੱਚ, ਕਰਾ ਲੈਣ? ਬਿਲਕੁਲ, ਉਹਦੇ ਵਿੱਚ ਇੱਕ ਨਾ ਐਲੋਪੈਥੀ ਦਾ ਇੱਕ ਬਹੁਤ ਵੱਡਾ ਪ੍ਰਤੱਖ ਹੀ ਹੈਗਾ। ਕੋਈ ਵੀ ਜੇ ਅੰਗਰੇਜ਼ੀ ਦਵਾਈ ਦਊਗਾ, ਠੀਕ ਆ, ਸਟੀਰੋਇਡ ਦਊਗਾ, ਵੀ ਮੰਨ ਲਓ ਇਹਨਾਂ ਨੂੰ ਆਪਾਂ ਸਟੀਰੋਇਡ ਨਾਲ ਇਨ ਟਾਈਮ ਚਲਾ ਰਹੇ ਆ, ਠੀਕ ਆ, ਉਹਦਾ ਇੱਕ ਨਿਸ਼ਾਨੀ ਹੁੰਦੀ ਆ ਕਿ ਉਹਦੇ ਨਾਲ ਮੋਟਾਪਾ ਆਉਂਦਾ ਹੈ, ਸੋਜ ਆਉਂਦੀ ਆ ਸਰੀਰ ਦੇ ਉੱਤੇ। ਦੁਨੀਆ ਤੇ ਕੋਈ ਐਸਾ ਸਟੀਰੋਇਡ ਨਹੀਂ ਬਣਿਆ ਵੀ ਜਿਹਦੇ ਨਾਲ ਸੋਜ ਨਾ ਆਵੇ। ਅੱਛਾ, ਆਯੁਰਵੈਦਿਕ ਦੀ ਇੱਕ ਨਿਸ਼ਾਨੀ ਹੁੰਦੀ ਆ ਵੀ ਉਹਦੇ ਨਾਲ ਕਦੇ ਸੋਜ ਨਹੀਂ ਆਊਗੀ, ਕਦੇ ਮੋਟਾਪਾ ਨਹੀਂ ਆਊਗਾ। ਜਿਹੜਾ ਬੰਦਾ ਐਲੋਪੈਥੀ ਦਊਗਾ ਆਯੁਰਵੈਦਿਕ ਕਹਿ ਕੇ, ਉਹਦੇ ਨਾਲ ਉਹਦੇ ਸਰੀਰ ਤੇ ਮੋਟਾਪਾ ਆ ਜਾਊਗਾ, ਸਾਹ ਚੜੂਗਾ, ਉਹਨੂੰ ਭੁੱਖ ਵੱਧ ਜੂਗੀ। ਇਹਨਾਂ ਚੋਂ ਕਿਸੇ ਵੀ ਇੱਕ ਮਰੀਜ਼ ਨੂੰ ਪੁੱਛ ਲਓ ਵੀ ਤੁਹਾਡਾ ਪਹਿਲੀ ਗੱਲ ਤਾਂ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਅੱਜ ਹੀ ਤੁਹਾਨੂੰ ਦਵਾਈ ਫਰਕ ਪਾ ਦੂਗੀ, ਅੱਜ ਹੀ ਰਾਹਤ ਆ ਜੂਗੀ। ਅੰਗਰੇਜ਼ੀ ਦਵਾਈ ਨਾਲ ਤਾਂ ਜਦੋਂ ਤੁਸੀਂ ਖੁਰਾਕ ਲਈ ਨਾਲ ਹੀ ਉਹਨੂੰ ਤੁਹਾਨੂੰ ਪਹਿਲੇ ਦਿਨ ਹੀ ਉਹ ਬੰਦਾ ਕਹੂਗਾ ਵੀ ਮੈਨੂੰ ਰਾਹਤ ਆ ਗਈ। ਅਸੀਂ ਹਰ ਇੱਕ ਬੰਦੇ ਨੂੰ ਕਹੀਦਾ ਵੀ 15-20 ਦਿਨ ਪਰਮਾਤਮਾ ਤੇ ਆਸ ਰੱਖੋ, ਜਿਹੇ ਸਾਡੇ ਤੇ ਰੱਖ ਲਓ, ਵਿਸ਼ਵਾਸ ਕਰੋ। 15-20 ਦਿਨ ਬਾਅਦ ਹੀ ਫਰਕ ਆਉਣ ਦੀ ਆਸ ਰੱਖ ਕੇ ਚੱਲੋ। ਇਹੀ ਆਯੁਰਵੈਦਿਕ ਦਾ ਜਿਹੜਾ ਪਰਫੈਕਟ ਰਿਜ਼ਲਟ ਆ ਵੀ 2-2.5 ਮਹੀਨੇ 'ਚ, 3 ਮਹੀਨੇ, 4 ਮਹੀਨੇ 'ਚ ਬੰਦਾ ਠੀਕ ਹੁੰਦਾ, ਪਰ ਉਹਨੂੰ 15-20 ਦਿਨ ਫਰਕ ਆਉਣ ਨੂੰ ਲੱਗਦੇ ਆ। ਕਿਹੜੀ ਬਿਮਾਰੀਆਂ? ਕਿਉਂਕਿ ਅੱਜ ਕੱਲ੍ਹ ਤਾਂ ਬਿਮਾਰੀਆਂ ਹੀ ਬੜੀਆਂ ਜ਼ਿਆਦਾ ਹੋ ਗਈਆਂ, ਉਂਗਲਾਂ ਤੇ ਗਿਣੀਆਂ ਵੀ ਨਹੀਂ ਜਾਂਦੀਆਂ। ਲੋਕ ਇੰਨੇ ਕੁ ਜ਼ਿਆਦਾ ਬਿਮਾਰੀ ਤੋਂ ਗ੍ਰਸਤ ਹੋਏ ਪਏ ਨੇ। ਕਿਹੜੀ ਬਿਮਾਰੀਆਂ ਦਾ ਤੁਹਾਡੇ ਕੋਲ ਇਲਾਜ ਆ? ਇਹਦੇ ਵਿੱਚ ਕੀ ਹੋ ਗਿਆ, ਦੇਖੋ ਬਿਮਾਰੀ ਤਾਂ ਆਯੁਰਵੈਦਿਕ ਦੇ ਵਿੱਚ ਕੋਈ ਬਿਮਾਰੀ ਐਸੀ ਨਹੀਂ ਹੈਗੀ ਵੀ ਜਿਹਦਾ ਆਪਾਂ ਇਲਾਜ ਨਾ ਕਰ ਸਕੀਏ। ਠੀਕ ਹੈ। ਆਯੁਰਵੈਦਿਕ ਇੱਕ ਐਸੀ ਕੁਦਰਤ ਦੀ ਬੇਸ਼ੁਮਾਰ ਔਸ਼ਧੀ ਹੈ ਵੀ ਇਹਦੇ ਵਿੱਚ ਕੋਈ ਬਿਮਾਰੀ ਐਸੀ ਨਹੀਂ ਹੋ ਸਕਦੀ ਵੀ ਜਿਹਦਾ ਆਪਾਂ ਇਲਾਜ ਨਾ ਕਰ ਸਕੇ। ਆਯੁਰਵੈਦਿਕ 'ਚ ਹਰ ਬਿਮਾਰੀ ਦਾ ਇਲਾਜ ਸੰਭਵ ਹੈ ਜੇ ਮਰੀਜ਼ ਡਾਈਟ ਚਾਰਟ ਤੇ ਚੱਲਦਾ ਹੋਵੇ, ਪਰਹੇਜ਼ ਕਰਦਾ ਹੋਵੇ, ਤਾਂ ਹਰ ਬਿਮਾਰੀ ਤੋਂ ਮੁਕਤੀ ਪਾ ਸਕਦਾ ਹੈ। ਆਚਾਰਿਆ ਜੀ, ਤੁਹਾਨੂੰ ਸਵਾਲ ਹੋਊਗਾ ਕਿ ਇੰਨੇ ਸਾਲਾਂ ਦੇ ਵਿੱਚ ਤੁਹਾਡਾ ਵੈਸੇ ਐਕਸਪੀਰੀਅੰਸ ਕਿੰਨੇ ਸਾਲ ਦਾ ਹੋ ਗਿਆ ਹੁਣ ਤੱਕ? ਮੈਨੂੰ ਜੀ 48 ਇਅਰਸ ਹੋ ਗਏ ਪ੍ਰੈਕਟਿਸ ਕਰ। 48 ਸਾਲ? ਹਾਂਜੀ। ਸਾਈਕਲ ਚਲਾਉਂਦੇ? ਅੱਛਾ, ਹਜੇ ਵੀ ਸਾਈਕਲ ਚਲਾਉਂਦੇ ਹੋ? ਅੱਛਾ, 48 ਸਾਲ ਦੇ ਵਿੱਚ ਮੈਂ ਤੁਹਾਨੂੰ ਸਵਾਲ ਕਰਾਂ, ਕਦੇ ਇਦਾਂ ਹੋਇਆ ਵੀ ਕੋਈ ਚੀਜ਼ ਜਿਹੜੀ ਐਲੋਪੈਥੀ ਤੋਂ ਠੀਕ ਨਾ ਹੋਈ ਹੋਵੇ ਉਹ ਆਯੁਰਵੈਦ ਤੋਂ ਵੀ ਨਾ ਠੀਕ ਹੋਈ ਹੋਵੇ? ਕਦੇ ਹੋਇਆ ਇਦਾਂ? ਦੇਖੋ ਜੀ, ਇਹ ਤਾਂ ਪੇਸ਼ੈਂਟ ਜਿਹੜਾ ਹੈ ਉਹਦੇ ਮਨ ਟਿਕਣ ਤੇ ਹੈ। ਤਕਰੀਬਨ ਅਸੀਂ ਇੰਨੇ ਸਾਲਾਂ ਦੀ ਪ੍ਰੈਕਟਿਸ ਇਹੀ ਦੇਖਿਆ, ਕਰਦੇ ਕਰਦੇ ਮੁਸ਼ਕਿਲ ਨਾਲ 20-25% ਪੇਸ਼ੈਂਟ ਹੀ ਟਿਕਦੇ ਆ। 75% ਪੇਸ਼ੈਂਟ ਅੱਜ ਮੇਰੇ ਕੋਲ ਗੱਲ ਕਿਤੇ ਹੋਰ, ਉਹ ਉਹਨਾਂ ਨੂੰ ਅਸੀਂ ਤਾਂ ਆਪਣੇ ਭਲਾਈ ਸੋਚੀਦਾ ਹਰੇਕ ਦਾ ਦਿੱਲੀ, ਜੋ ਅਸੀਂ ਸਾਡੇ ਕੋਲ ਗਿਆਨ ਹੈ। ਬਾਕੀ ਉਹ ਪਰਮਾਤਮਾ ਦੇ ਵਾਸਤੇ ਉਹਦਾ ਕਿੰਨਾ ਉਹਦਾ ਮਨ ਟਿਕਦਾ ਜਾਂ ਨਹੀਂ ਟਿਕਦਾ, ਮਨ ਤਾਂ ਹਰੇਕ ਦਾ ਚੰਚਲ ਹਾਂਜੀ, ਹੈ ਕਿ ਨਹੀਂ? ਤੇ ਬਾਕੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ, ਪਿਛਲੇ ਮੇਰੇ ਕੋਲ ਮੈਂ ਆਪਣਾ ਪ੍ਰੈਕਟਿਸ ਜਿੱਥੇ ਬੈਠਾ, ਉਹਦੇ ਇਲਾਵਾ ਮੇਰੇ ਕੋਲ ਤੁਹਾਡੇ ਇੱਥੋਂ ਕੇਸ ਜਨੇਲੀ ਤੋਂ ਹੀ ਗਿਆ ਸੀ। ਜਨੇਲੀ ਤੋਂ ਕੋਲੇ ਦੇ ਕੋਲ ਹੀ ਆ। ਉਹ ਬੰਦੇ ਦੀ 72 ਦੀ ਏਜ ਸੀਗੀ। ਉਸ 72 ਦੀ ਏਜ ਦੇ ਵਿੱਚ ਉਹ ਬੰਦਾ ਨੀਚਾ ਹਿੱਸਾ ਪੂਰਾ ਪੈਰਾਲਾਈਜ਼ ਹੋ ਗਿਆ ਸੀ, ਪੂਰਾ ਹੀ ਸਾਰਾ ਸਰੀਰ। ਉੱਪਰਲਾ ਹਿੱਸਾ ਠੀਕ ਸੀ, ਥੱਲੇ ਦਾ ਬੰਦੇ ਨੂੰ ਬਾਕੀ ਚੁੱਕ ਕੇ ਲਿਆਏ, ਮੈਂ ਆਟੋ 'ਚ ਪਾ ਕੇ ਲਿਆਏ। ਅੱਛਾ। ਉਸ ਬੰਦੇ ਬਾਕੀ ਮੇਰਾ ਵਿਸ਼ਵਾਸ, ਉਹ ਬੰਦਿਆਂ ਨੂੰ ਮੈਨੂੰ 40 ਸਾਲ ਪੁਰਾਣੇ ਜਾਣਦੇ ਸੀ, ਉਹਨਾਂ ਵਿਸ਼ਵਾਸ ਜਿੱਥੇ ਮੈਂ ਬੈਠਾ, ਮੈਨੂੰ ਫੋਨ 'ਤੇ ਲੱਭ ਲਿਆ ਕਿਤੇ ਬੈਠਾ, ਠੀਕ ਹੈ ਨਹੀਂ? ਉਹ ਬੰਦਿਆਂ ਨੂੰ ਮੈਂ ਦੇਖ ਕੇ ਸਾਰਾ ਪੂਰਾ ਚੈੱਕਅਪ ਕਰਕੇ BP ਸਭ ਨੋਰਮਲ ਟੈਸਟ ਕਰਵਾਇਆ ਜੋ ਰੂਟੀਨ ਹੈ। ਦੇਖੋ ਅਸੀਂ ਬਲਾਈਂਡਲੀ ਅਸੀਂ ਅੱਖਾਂ 'ਚ ਨਹੀਂ ਮੀਟ ਚੱਲਦੇ, ਉਹ ਬੰਦੇ ਦਾ ਜੋ ਵੀ ਪ੍ਰੋਪਰ ਚਾਹੀਦਾ। ਸਾਨੂੰ ਪਤਾ ਵੀ ਕਰਾਉਡ ਕਿੱਥੇ, CT ਸਕੈਨਿੰਗ ਕਰਾਇਆ, MRI, ਅੱਜ ਕੱਲ੍ਹ ਟੈਸਟ ਤਾਂ ਬਣੇ ਹੋਏ ਆ। ਉਹ ਟੈਸਟ ਜਿਹੜੇ ਉਹ ਡਾਇਗਨੋਸ ਤੋਂ ਬਗੈਰ ਥੋੜ੍ਹੇ ਚੱਲਾਂਗੇ। ਬਾਕੀ ਸਾਡੇ ਕੋਲ ਆਯੁਰਵੈਦਿਕ ਦਵਾਈਆਂ ਐਸੀਆਂ ਹੈਗੀਆਂ, ਤੁਸੀਂ ਮੰਨਦੇ ਨਹੀਂ, ਉਹ ਬੰਦਾ 5ਵੇਂ ਦਿਨ ਉੱਠ ਕੇ ਵਜਨ ਪਾ ਕੇ ਆਪਣਾ ਖੜਾ ਹੋਣਾ ਸ਼ੁਰੂ ਹੋ ਗਿਆ। ਬਾਕੀ ਜਿਹੜਾ ਬੰਦਾ ਆਪ ਚੱਲ ਕੇ ਨਹੀਂ ਸੀ ਆ ਸਕਦਾ, ਉਹ 5ਵੇਂ ਦਿਨ ਉੱਠ ਕੇ ਆਪ ਖੜਾ ਹੋ ਗਿਆ। ਉਹਨੂੰ ਹੁਣ ਫੜ ਕੇ, ਹੁਣ ਮੈਂ ਕਿਹਾ ਉਹਨੂੰ ਹੁਣ ਸੁੱਟਣਾ ਆਪੇ ਨਹੀਂ ਚਲਾਉਣਾ, ਹਾਲੇ ਵਿਸਾਖੀਆਂ ਨਾਲ ਜਾਂ ਮੁੰਡੇ ਫੜ ਕੇ ਚਲਾਓ ਵੀ ਡਿੱਗ ਨਾ ਪਵੇ। ਬਾਕੀ ਉਹ ਲੱਤਾਂ ਵਜਨ ਚ ਪਾਉਂਦੇ ਸਹਿੰਦੀਆਂ 5 ਦਿਨਾਂ ਦੇ ਵਿੱਚ। 5 ਤੀਜਾ ਹਫ਼ਤਾ ਹੋ ਗਿਆ ਉਹ ਦਵਾਈ ਚੱਲਦੀ ਨੂੰ, ਦਵਾਈ ਚੱਲੇਗੀ 2-4 ਮਹੀਨੇ। ਬਾਕੀ ਪਰ ਉਹ ਬੰਦਾ ਮੈਨੂੰ ਉਮੀਦ ਹੈ ਵੀ ਆਉਣ ਵਾਲੇ ਆਪਣਾ 2 ਹਫ਼ਤੇ ਤੋਂ ਪੂਰਾ ਆਪਣਾ ਵਾਕਰ ਨਾਲ ਆ ਜਾਓ, ਵਾਕਰ ਨਾਲ ਚਲਾਓ, ਸਟਿਕ ਨਾਲ ਚਲਾਓ। ਉਹਦਾ ਵੀ ਬੱਚੇ ਜਿਵੇਂ ਚਲਾਈਦਾ ਉਸ ਤਰ੍ਹਾਂ ਚਲਾਉਣਾ। ਮੇਰੇ ਵਾਲੀ ਬਹੁਤ ਇੱਕ ਮੇਰੇ ਕੋਲ ਹੈ, ਉਹ ਪਰਮਾਤਮਾ ਦੀ ਕਿਰਪਾ ਹੈ ਮੇਰੇ 'ਤੇ, ਬਸ ਗੱਲ 'ਤੇ। ਬਾਕੀ ਮੈਂ ਆਪਣੇ ਮੇਰਾ ਗਿਆਨ ਵੀ ਨਾਲ ਹੈ, ਜਿਸ ਗਿਆਨ ਨਾਲ ਮੈਂ ਚੱਲਦਾ। ਬਾਕੀ ਤਾਂ ਜਿਹੜੇ ਆਯੁਰਵੈਦਿਕ ਫਾਰਮੂਲੇ, ਆਯੁਰਵੈਦਿਕ ਇੱਕ ਐਸੇ ਕਿ ਪੂਰ ਮਤਲਬ ਗਿਆਨ ਹੈ, ਉਹਦਾ ਜ਼ਿੰਦਗੀ ਭਰ ਪੜ੍ਹਦੇ ਰਹੀਏ, ਅਸੀਂ ਪੂਰੇ ਪਰਫੈਕਟ ਫਿਰ ਨਹੀਂ ਹੋ ਸਕਦੇ। ਅੱਛਾ ਵੈਦ ਸਾਹਿਬ, ਤੁਹਾਨੂੰ ਆਖਰੀ ਸਵਾਲ ਹੋਊਗਾ, ਆਪਣਾ ਐਡਰੈਸ ਜ਼ਰੂਰ ਦੱਸ ਦਿਓ। ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਵਾਰ-ਵਾਰ ਆਈ ਜਾਂਦੇ ਨੇ, ਕਿਉਂਕਿ ਬਾਹਰ ਮੈਂ ਸਭ ਤੋਂ ਪਹਿਲਾਂ ਪੇਸ਼ੈਂਟ ਨਾਲ ਗੱਲ ਇਸੇ ਕਰਕੇ ਕੀਤੀ, ਕਿਉਂਕਿ ਕਈ ਵਾਰ ਫੇਸਬੁੱਕ 'ਤੇ ਦਿਖਾਇਆ ਕੁਝ ਹੋਰ ਜਾਂਦਾ, ਅਸਲੀ ਤੇ ਜਦ ਬੰਦਾ ਉੱਥੇ ਪਹੁੰਚਦਾ ਥਾਂ ਟਿਕਾਣੇ 'ਤੇ ਕੁਝ ਹੋਰ ਹੀ ਹੁੰਦੀ ਹੈ। ਦਵਾਈ ਦੇ ਵਿੱਚ ਕਈ ਵਾਰ ਕੋਈ ਇਸ ਤਰੀਕੇ ਦੀ ਚੀਜ਼ ਹੁੰਦੀ, ਪਰ ਜਿਸ ਤਰੀਕੇ ਨਾਲ ਜਿਹੜੇ ਸਾਰੇ ਮਰੀਜ਼ ਦੱਸ ਰਹੇ ਨੇ, ਆਪਣਾ ਐਡਰੈਸ ਜ਼ਰੂਰ ਦੱਸ ਦਿਓ, ਇਸਦਾ ਨੰਬਰ ਜ਼ਰੂਰ ਦੱਸ ਦਿਓ। ਸਾਡਾ ਆਯੁਰਵੈਦਿਕ ਬਾਵਾ ਕਲੀਨਿਕ ਜੀ, ਸਾਹਮਣੇ ਵੀਰ ਪੈਲੇਸ, ਚੰਡੀਗੜ੍ਹ ਰੋਡ, ਲੁਧਿਆਣਾ, 99 147 22 714 ਸਾਡਾ ਨੰਬਰ ਹੈ।
99 147 22714 ਸਾਡਾ ਮੋਬਾਈਲ ਨੰਬਰ ਹੈ ਜੀ। ਤੇ ਕਿਹੜੇ ਟਾਈਮ ਕੰਟੈਕਟ ਕਰ ਸਕਦੇ ਆ? ਤੇ ਜੇ ਮੰਨ ਲਓ ਹੁਣ ਵਿਦੇਸ਼ ਤੋਂ ਬੈਠੇ ਵੀਰ ਦੇਖ ਰਹੇ ਨੇ, ਉੱਥੇ ਤੱਕ ਦਵਾਈਆਂ ਉੱਪਰ ਦੀ ਕਰ ਸਕਦੇ ਹੋ, ਤੁਸੀਂ ਪਹੁੰਚਦੀ ਕਰ ਸਕਦੇ ਹੋ ਨਾ? ਬਿਲਕੁਲ, ਯੂਰਪ ਕੰਟਰੀਆਂ 'ਚ ਸਾਰੇ ਦਵਾਈ ਜਾ ਰਹੀ ਹੈ, ਠੀਕ ਹੈ। ਪਰ ਅਰਬ ਕੰਟਰੀਆਂ ਦੇ ਵਿੱਚ ਦਵਾਈ ਨਹੀਂ ਜਾ ਰਹੀ, ਅੱਛਾ ਕਿਉਂਕਿ ਕੋਈ ਵੀ ਬੰਦਾ ਅਰਬ ਕੰਟਰੀ ਦੇ ਵਿੱਚ ਜੇ ਦਵਾਈ ਭੇਜਦੇ ਨੇ ਵਾਪਸ ਭੇਜ ਦੇ ਰਹੇ ਨੇ। ਯੂਰਪ ਕੰਟਰੀਆਂ 'ਚ ਸਾਰੀਆਂ 'ਚ ਦਵਾਈ ਜਾ ਰਹੀ ਹੈ, ਕੋਈ ਕਿਸੇ 'ਚ ਮਨਾਹੀ ਨਹੀਂ ਹੈਗੀ। ਕਿਤੇ ਬਣਾਈ ਨਹੀਂ। ਕੀ ਬਾਤ। ਅੱਛਾ, ਤੁਹਾਨੂੰ ਕੰਟੈਕਟ ਕਰਨ ਜੇ ਮੰਨ ਲਓ ਤੁਹਾਡੇ ਕੋਲ ਇੱਥੇ ਆਉਣਾ ਤਾਂ ਸੰਡੇ ਓਪਨ ਹੁੰਦਾ, ਕਿਉਂਕਿ ਸੰਡੇ ਛੁੱਟੀ ਵਾਲਾ ਦਿਨ ਹੁੰਦਾ। ਬੰਦਾ ਕਈ ਵਾਰ ਕਹਿੰਦਾ ਵੀ ਆਪਾਂ ਕੰਮ ਦੇ ਵਿੱਚ ਬਿਜ਼ੀ ਆ, ਵੀਕਡੇਜ਼ ਦੇ ਵਿੱਚ, ਵੀਕਐਂਡ ਤੇ ਚੱਲਾਂਗੇ, ਛੁੱਟੀ ਵਾਲੇ ਦਿਨ ਚੱਲੀਏ, ਸੰਡੇ ਓਪਨ ਹੈ? ਬਿਲਕੁਲ ਜੀ, ਅਸੀਂ ਇੱਥੇ ਲੁਧਿਆਣੇ ਹਰ ਬੁੱਧਵਾਰ ਤੇ ਐਤਵਾਰ 11 ਤੋਂ 5 ਵਜੇ ਤੱਕ 11 ਤੋਂ 5 ਵਜੇ 11 ਤੋਂ 5 ਵਜੇ ਤੱਕ ਹਰ ਬੁੱਧਵਾਰ ਤੇ ਐਤਵਾਰ। ਠੀਕ ਹੈ। ਸਾਨੂੰ ਇੱਕ ਦਿਨ ਪਹਿਲਾਂ ਫੋਨ ਕਰਕੇ ਟਾਈਮ ਲੈ ਸਕਦੇ ਆਗੇ ਜੀ, ਤੇ ਬਾਕੀ ਦਿਨ ਅਸੀਂ ਹੁਣ ਕੁਝ ਬਾਹਰ ਦੇ ਅਰੇਂਜ ਕਰ ਰਹੇ ਹਾਂਗੇ। ਇੱਕ ਪੇਸ਼ੈਂਟ ਹੋਰ ਰਹਿ ਗਏ, ਇਧਰਲੀ ਸਾਈਡ ਬੈਠੇ ਸੀਗੇ, ਭਾਜੀ ਹੁਣੀ ਰਹਿ ਗਏ। ਭਾਜੀ ਹੁਣੀ ਕਿਹੜੀ ਜਗ੍ਹਾ ਤੋਂ ਪਏ? ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? चंडीगढ़। ਚੰਡੀਗੜ੍ਹ ਤੋਂ। ਅੱਛਾ, ਤੁਹਾਨੂੰ ਕੀ ਪ੍ਰੋਬਲਮ ਸੀਗੀ? मेरा जो लेफ्ट घुटना है वो गुठली क्रैक हो गई थी, हेयर लाइन फ्रैक्चर। अच्छा। और फिर डॉक्टर को दिखाए थे, पीजीआई में एक्सरे लिए हैं। उन्होंने कहा कि आपका ग्रीस ख़त्म हो गया है, ठीक है, तो आप कुछ गोलियां खा के 3 महीने के बाद आइए। परंतु मेरा दर्द बहुत ही बढ़ते गया, सूजन बढ़ती गई। ठीक है तो मेरे एक पड़ोसी हैं चरण सिंह कहकर, जी, उन्होंने मुझे यहाँ डायरेक्ट किए हैं। तो मैं पिछले बुधवार आया था, ठीक है, तो 1 हफ्ते की दवाई डॉक्टर साहब ने दी थी, ठीक है, और उसमें 1 आध दिन स्किप हो गया, ठीक है, लेकिन फिर भी सूजन कम हो गई है। अब मैं बिना लाठी के सहारे चल रहा हूँ। क्या बात है। और डॉक्टर साहब कह रहे थे कि सब ठीक हो जाएगा, कोई नई रिप्लेसमेंट की ज़रूरत नहीं पड़ेगी। यानी कि जो पीजीआई के डॉक्टर आपको ये कह रहे थे कि आपका जो घुटना है वो चेंज करना पड़ेगा, ऑपरेशन होगा, और उसका खर्चा कितना बता रहे थे? 2.25 लाख। 2.25 लाख का खर्चा था, और आपने 1 हफ्ते की दवाई खाई और आपका घुटना जो सूजन ठीक हो गई और दर्द भी ठीक हो गया? दर्द भी ठीक हो गया, मैं सही तरह से चल पा रहा हूँ। पहले तो मैं दीवारें पकड़ के, लकड़ी पकड़ के चलता था, लेकिन अभी पिछली बार भी जब मैं आया था बहुत लंगड़ते हुए आया यहाँ पर। अच्छा, और आज कैसे आए हैं? आज मैं बिल्कुल ठीक ठाक आया हूँ, पर थोड़ा सा डाउट था, इसलिए मैं लाठी का रखा, लेकिन सहारा नहीं लिया। अच्छा, फिर आपने आगे अपने पड़ोसी में या अपने रिश्तेदारों को किसी को रेफरेंस दिया, रिकमेंड किया कि हाँ आप भी अगर आपको कोई प्रॉब्लम है तो यहाँ पर आके दिखा के जाएं? मैं चर्च में पादरी हूँ, प्रभु यीशु मसीह की सेवा करता हूँ, तो सारे लोग मेरे लिए दुआ कर रहे हैं कि पादरी साहब का ऑपरेशन ठीक ठाक होवे। पर मैं पिछले संडे उनको अनाउंस किया कि अभी ऑपरेशन की लोड नहीं है, और मैं दवाई खा रहा हूँ। तो सारे कहने लगे हमें भी नंबर दीजिए, तो हमारी भी बीमारियों का शिफा हो जाए। तो मैं सभी को कह रहा हूँ कि आप यहाँ आइए, ट्राई कीजिए। मैंने ट्राई मारी और मैं सफल हुआ, बहुत फ़र्क लगा। ਸੋ ਦੋਸਤੋ, ਵੀਡੀਓ ਨੂੰ ਸ਼ੇਅਰ ਕਰ ਦਿਓ। ਮੈਂ ਚਾਹੁੰਦਾ ਕਿਉਂਕਿ ਆ ਜਿਹੜੇ ਇੱਧਰ ਮਰੀਜ਼ ਬੈਠੇ ਸੀ, ਸਾਰੇ ਮਰੀਜ਼ ਆਪਣੇ ਮੂੰਹੋਂ ਆਪ ਬੋਲ ਰਹੇ ਨੇ ਕਿ ਕਿੰਨੀ ਦੂਰ ਤੋਂ ਆਏ ਨੇ। ਚੰਡੀਗੜ੍ਹ ਤੋਂ ਆਏ ਨੇ, ਮੋਗਾ, ਕੋਟਕਪੂਰਾ, ਫਿਰੋਜ਼ਪੁਰ, ਜਲੰਧਰ, ਕਿਹੜੀ ਜਗ੍ਹਾ ਦੀ ਮੈਂ ਗੱਲ ਕਰਾਂ ਤਾਂ ਬੜੀ ਦੂਰ ਤੋਂ ਜਿਹੜੇ ਨੇ ਪੇਸ਼ੈਂਟ ਆਏ ਹੋਏ ਨੇ। ਆਉਣ ਦਾ ਖਾਸ ਕਾਰਨ ਇਹੀ ਹੈ ਵੀ ਕੋਈ ਤਾਂ ਫਰਕ ਹੋਊਗਾ, ਨਹੀਂ ਤਾਂ ਮਰੀਜ਼ ਇੰਨੀ ਦੂਰ ਤੋਂ ਐਡੀ ਧੁੱਪ ਦੇ ਵਿੱਚ, ਗਰਮੀ ਦੇ ਵਿੱਚ ਵਾਪਸ ਨਹੀਂ ਆਉਂਦਾ ਦਵਾਈ ਲੈਣ ਵਾਸਤੇ। ਕੋਈ ਫਰਕ ਤਾਂ ਜ਼ਰੂਰ ਹੋਊਗਾ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਐਸੀਆਂ ਹੋਰ ਵੀਡੀਓਜ਼ ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਾਲੂ ਦਿਓ ਇਜਾਜ਼ਤ, ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।